ऐड कर दे उसको लिखने में। ਤਾਂ ਅਜੇ ਚੌਟਾਲਾ ਦਾ ਬਿਆਨ ਬਹੁਤ ਅਹਿਮ ਹੈ, ਖਾਸ ਤੌਰ ਤੇ ਹਰਿਆਣਾ ਦੇ ਵਿੱਚ ਸਰਕਾਰ, ਕਿਉਂਕਿ ਬੀਜੇਪੀ ਕੋਲ ਹਰਿਆਣਾ ਦੇ ਵਿੱਚ ਨੰਬਰ ਪੂਰੇ ਨਹੀਂ। ਇੱਕ ਆਜ਼ਾਦ ਵਿਧਾਇਕ ਸੋਮਵੀਰ ਸੰਗਵਾਨ ਪਹਿਲਾਂ ਹੀ ਆਪਣਾ ਸਮਰਥਨ ਵਾਪਸ ਲੈ ਚੁੱਕੇ ਨੇ ਤੇ ਪਹਿਲੀ ਵਾਰ ਆਵਾਜ਼ ਚੁੱਕੀ ਗਈ ਹੈ ਜੇਜੇਪੀ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ। ਇਸ ਦੇ ਬਹੁਤ ਮਤਲਬ ਕੱਢੇ ਜਾ ਸਕਦੇ ਨੇ। ਖਤਰਾ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਹੋ ਸਕਦਾ, ਹਾਲਾਂਕਿ ਇਹ ਬਹੁਤ ਸ਼ਾਇਦ ਜਲਦੀ ਵੀ ਹੋਏਗਾ ਕਹਿਣਾ। ਪਰ ਤੁਹਾਨੂੰ ਸੁਣਾਉਂਦੇ ਹਾਂ ਕਿ ਮੀਟਿੰਗ ਤਾਂ ਜਾਰੀ ਹੈ ਇਸ ਸਮੇਂ, ਤੇ ਮੀਟਿੰਗ 'ਚ ਜਾਣ ਤੋਂ ਪਹਿਲਾਂ ਨਿਊਜ਼ 18 ਨੇ ਕਿਸਾਨਾਂ ਦੇ ਮਨ ਕੀ ਬਾਤ ਜਾਣਨ ਦੀ ਕੋਸ਼ਿਸ਼ ਕੀਤੀ। ਨਿਊਜ਼ 18 ਪੰਜਾਬ ਦੇ ਪੱਤਰਕਾਰ ਪੰਕਜ ਕਪਾਹੀ ਨੇ ਗੱਲਬਾਤ ਕੀਤੀ ਹੈ ਕਿਸਾਨਾਂ ਦੇ ਨਾਲ। ਕੀ ਕੁਝ ਕਿਸਾਨਾਂ ਦਾ ਕਹਿਣਾ ਸੀ ਮੀਟਿੰਗ ਤੋਂ ਪਹਿਲਾਂ, ਉਹ ਤੁਹਾਨੂੰ ਸੁਣਾਉਂਦੇ ਹਾਂ। 18 ਤੇ ਸਭ ਤੋਂ ਵੱਡੀ ਜਾਣਕਾਰੀ ਕਿਸਾਨੀ ਨੂੰ ਲੈ ਕੇ, ਅੰਦੋਲਨ ਨੂੰ ਲੈ ਕੇ, ਨਵੇਂ ਕਾਨੂੰਨਾਂ ਨੂੰ ਲੈ ਕੇ ਇੱਕ ਜਾਣਕਾਰੀ ਇੱਕ ਜਥੇਬੰਦੀ ਨਾਲ, ਇੱਕ ਆਗੂ ਨਾਲ ਕਰ ਰਹੇ ਹਾਂ, ਕਿਉਂਕਿ ਇਹ ਆਗੂ ਜਿਹੜੇ ਨੇ ਇਹ ਕੇਂਦਰ ਨਾਲ ਗੱਲ ਕਰਨ ਦੇ ਲਈ ਜਾ ਰਹੇ ਨੇ। ਇਹ ਉਹ ਬੱਸ ਹੈ ਜਿਹੜੀ ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਲਈ ਜਾ ਰਹੀ ਹੈ। ਸਭ ਤੋਂ ਪਹਿਲਾਂ ਨਿਊਜ਼ 18 ਤੇ ਜੁੜੇ ਹੋਏ ਨੇ ਬਾਈ ਜੀ, ਆਪਣੀ ਜਥੇਬੰਦੀ ਦਾ ਨਾਮ ਔਰ ਇਹ ਦੱਸੋ ਸੰਸ਼ੋਧਨ ਨੂੰ ਲੈ ਕੇ ਗੱਲ ਬਣੇਗੀ ਜਾਂ ਕਾਨੂੰਨ ਵਾਪਸ ਲੈ ਕੇ ਹੀ? ਮੈਂ ਕਿਰਤੀ ਕਿਸਾਨੀ ਦਾ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀ ਕੇ ਇਹ ਕਾਨੂੰਨ ਵਾਪਸ ਲੈਣੇ ਪੈਣੇ। ਜਿਸ ਪੱਧਰ ਤੇ ਗੱਲ ਚਲੀ ਗਈ ਹੈ ਕਿਸਾਨੀ ਦਾ ਬਚਾਅ ਹੀ ਇਸ ਗੱਲ 'ਚ ਹੈ ਵੀ ਉਹ ਕਾਨੂੰਨ ਵਾਪਸ ਲੈ ਜਾਣ। ਸਾਡੀ ਲੜਾਈ ਕਾਨੂੰਨ ਵਾਪਸੀ ਤੱਕ ਹੈ, ਉਦੋਂ ਉਰਾਂ ਕੋਈ ਲੜਾਈ ਨਹੀਂ। ਕਾਨੂੰਨ ਵਾਪਸ ਕਰਾ ਕੇ ਦਿੱਲੀ ਤੋਂ ਜਾਵਾਂ। ਇਹ ਤਸਵੀਰਾਂ ਮੈਂ ਦਿਖਾ ਰਿਹਾ, ਇੱਕ ਤਸਵੀਰ ਦਿਖਾ ਰਿਹਾ, ਬੱਸ 'ਚ ਝਟਕੇ ਵੀ ਲੱਗ ਰਹੇ ਹੈ ਔਰ ਪੂਰਾ ਦੇਸ਼, ਪੂਰੀ ਦੁਨੀਆ ਇਸ ਕਵਰੇਜ ਨੂੰ ਦੇਖ ਰਹੀ ਹੈ। ਮਹਾ ਕਵਰੇਜ ਹੈ ਕਿਉਂਕਿ ਇਸ ਵੇਲੇ ਅੰਦੋਲਨ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਹੈ। ਸਭ ਤੋਂ ਵੱਡੀ ਖਬਰ ਇਸ ਕਰਕੇ ਵੀ ਕਿਉਂਕਿ ਕੇਂਦਰ ਦੇ ਮੰਤਰੀ ਉਹ ਕਿਸਾਨ ਆਗੂਆਂ ਦੇ ਨਾਲ ਮਿਲਣ ਦੇ ਲਈ ਪਹੁੰਚੇ ਹੋਏ ਨੇ। ਬਾਈ ਜੀ, ਰਿਲੈਕਸ ਨਜ਼ਰ ਆ ਰਹੇ ਹੋ ਜਾਂ ਟੈਂਸ ਨਜ਼ਰ ਆ ਰਹੇ ਹੋ? ਰਿਲੈਕਸ ਨਜ਼ਰ ਆ ਰਹੇ ਹੋ ਜਾਂ ਟੈਂਸ ਨਜ਼ਰ ਆ ਰਹੇ ਹੋ? ਆਗਦੇ ਹੋ ਨਾ। ਕਿੰਨੀਆਂ ਕੁ ਉਮੀਦਾਂ ਲੱਗ ਰਹੀਆਂ ਅੱਜ ਦੀ ਮੀਟਿੰਗ ਤੋਂ? ਆ ਜਾਓ, ਮੈਂ ਇੱਕ ਮਿੰਟ ਮੈਂ ਚੈਨਲ ਨਾਲ ਗੱਲ ਕਰ ਰਿਹਾ। ਕਿੰਨੀਆਂ ਕੁ ਉਮੀਦਾਂ ਲੱਗ ਰਹੀਆਂ? ਟੈਨਸ਼ਨ ਹੈ ਜ਼ਿਆਦਾ ਜਾਂ ਰਿਲੈਕਸ ਨਜ਼ਰ ਆ ਰਹੇ ਹੋ? ਵੇਖੋ ਅਸੀਂ ਤਾਂ ਰਿਲੈਕਸ ਹੀ ਆ, ਲੇਕਿਨ ਇਹ ਟੈਨਸ਼ਨ ਤਾਂ ਕੋਈ ਕੇਂਦਰ ਸਰਕਾਰ ਨੂੰ ਹੋ ਸਕਦੀ ਹੈ ਨਾ, ਜਿਹਨੇ ਇਹ ਮਸਲੇ ਹੱਲ ਕਰਨੇ ਨੇ। ਅਸੀਂ ਤਾਂ ਆਪਣੀਆਂ ਮੰਗਾਂ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਵੀ ਸਾਡੀਆਂ ਮੰਗਾਂ ਜਿਹੜੀਆਂ ਨੇ ਇਹਨਾਂ ਨੂੰ ਹੱਲ ਕਰੋ, ਇਹਨਾਂ ਦਾ ਇਹ ਰੱਦ ਕਰੋ ਕਾਨੂੰਨ। ਸਾਰੇ ਲੋਕ ਜਿਹੜੇ ਨੇ ਆਰਾਮ ਨਾਲ ਘਰਾਂ 'ਚ ਬੈਠਣ। ਸਾਡੇ ਕਾਰਨ ਕੇਂਦਰ ਸਰਕਾਰ ਨੇ ਗਲਤ ਫੈਸਲੇ ਲਿਆਂਦੇ, ਉਹਨਾਂ ਦੇ ਕਾਰਨ ਸਾਨੂੰ ਸੜਕਾਂ ਤੇ ਆਉਣਾ ਪਿਆ ਤੇ ਸਾਡੇ ਸੜਕਾਂ ਦੇ ਆਉਣ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਤਕਲੀਫ ਹੋ ਰਹੀ ਹੈ। ਆਉਣ ਜਾਣ ਵਾਲੀ ਦੁਨੀਆ ਨੂੰ ਬਹੁਤ ਵੱਡੀ ਤਕਲੀਫ ਹੋ ਰਹੀ ਹੈ, ਬਲਕਿ ਉਹਨਾਂ ਤੋਂ ਹੀ ਖਿਮਾ ਮੰਗਦੇ ਆ। ਪਰ ਕਾਰਨ ਇਹ ਆ ਵੀ ਸਾਡੀ ਇੱਕ ਮਜਬੂਰੀ ਹੋ ਗਈ ਕਿ ਇਹ ਜਿਹੜਾ ਮਸਲਾ ਸਾਨੂੰ ਹੱਲ ਕਰਾਉਣ ਵਾਸਤੇ ਸੜਕਾਂ ਤੇ ਆਉਣਾ ਪਿਆ ਤੇ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਨ ਆਉਣਾ ਪਿਆ। ਅਸੀਂ ਫੇਰ ਵੀ ਅੱਜ ਤੁਹਾਡੇ ਚੈਨਲ ਰਾਹੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਜੇਕਰ ਉਹਨਾਂ ਨੇ ਕੋਈ ਗਲਤੀ ਕਰ ਲਈ ਏ ਉਹਨੂੰ ਸੁਧਾਰ ਲੈਣ, ਉਹਦੇ 'ਚ ਭਲਾ ਹੈ। ਸੰਸ਼ੋਧਨ ਨਾਲ ਗੱਲ ਬਣ ਸਕਦੀ ਹੈ ਜਾਂ ਫਿਰ ਕਾਨੂੰਨ ਵਾਪਸ ਲੈ ਕੇ ਹੀ ਗੱਲ ਬਣ ਸਕਦੀ ਹੈ? ਵੇਖੋ ਸਾਡੀ ਜੋ ਡਿਮਾਂਡ ਹੈ ਉਹ ਉਹਨਾਂ ਨੂੰ ਵਾਪਸ ਕਰਨ ਦੀ ਹੋਈ ਹੈ। ਅਸੀਂ ਮੁੱਢ ਤੋਂ ਇਹ ਗੱਲ ਕਹਿ ਰਹੇ ਹਾਂ, ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਜਿਹੜੇ ਨੇ ਵਾਪਸ ਲੈ ਲੈਣੇ ਚਾਹੀਦੇ ਨੇ। ਉਹਨਾਂ ਨੇ ਉਸ ਤੋਂ ਬਾਅਦ ਇੱਕ ਹੋਰ 20 ਲੈਣ ਦਾ ਜਿਹੜਾ ਬਿਜਲੀ ਵਾਲਾ ਆ, ਇੱਕ ਪਰਾਲੀ ਵਾਲਾ ਲੈਣ ਦਾ ਉਹਨਾਂ ਨੇ ਨਾਲ ਵੀ ਪਰਾਲੀ 1 ਕਰੋੜ ਰੁਪਇਆ ਜੁਰਮਾਨਾ ਜੀ, 5 ਸਾਲ ਦੀ ਸਜ਼ਾ। ਇਹ ਗਲਤ ਗੱਲਾਂ ਨੇ ਬਿਲਕੁਲ। ਮੋਦੀ ਸਾਹਿਬ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਜਿਵੇਂ ਬੱਚਿਆਂ ਵਾਲੀਆਂ ਗੱਲਾਂ ਹੁੰਦੀਆਂ ਨੇ, ਉਹਨਾਂ ਨੂੰ ਕਦੀ ਵੀ ਇਹੋ ਜਿਹੀਆਂ ਗੱਲਾਂ। ਫਿਰ ਮਸਲੇ ਦਾ ਹੱਲ ਕਿਵੇਂ ਹੋਏਗਾ? ਕਿਉਂਕਿ ਅੱਜ ਮੇਰੇ ਸੋਰਸਿਸ ਜਾਣਕਾਰੀ ਦੇ ਰਹੇ ਕਿ ਕੇਂਦਰ ਸਰਕਾਰ MSP ਤੇ ਗੱਲ ਕਰੇਗੀ, ਕੇਂਦਰ ਸਰਕਾਰ ਮੰਡੀਕਰਨ ਤੇ ਗੱਲ ਕਰੇਗੀ, ਕਾਨੂੰਨ ਵਾਪਸ ਨਹੀਂ ਹੋਣਗੇ। ਚਲੋ ਸਾਡੀ ਡਿਮਾਂਡ ਜਿਹੜੀ ਉਹ ਕਾਨੂੰਨਾਂ ਤੱਕ ਕਾਨੂੰਨ ਵਾਪਸ ਕਰੋ। ਜਦੋਂ ਮੀਟਿੰਗ 'ਚ ਬੈਠਾਂਗੇ, ਮੀਟਿੰਗ 'ਚ ਗੱਲ ਕਾਨੂੰਨ ਵਾਪਸ ਨਹੀਂ ਹੁੰਦੇ ਫਿਰ ਅਗਰ ਕਾਨੂੰਨ ਨਹੀਂ ਵਾਪਸ ਹੁੰਦੇ ਤਾਂ ਅਸੀਂ 30 ਜਥੇਬੰਦੀਆਂ, 3 ਸੰਯੁਕਤ ਮੋਰਚੇ ਵਾਲੇ ਆ, 35 ਬੰਦੇ ਆ। ਉਸ ਤੋਂ ਬਾਅਦ ਅਸੀਂ ਬਾਕੀ ਸਾਡੀਆਂ ਹੋਰ ਜਥੇਬੰਦੀਆਂ ਨੇ 500 ਦੇ ਕਰੀਬ ਸਾਰੇ ਦੇਸ਼ ਦੀਆਂ। ਫਿਰ ਸਾਰੇ ਬੈਠਾਂਗੇ, ਫਿਰ ਸਲਾਹਬਾਤ ਕਰਾਂਗੇ। ਹਰਮੀਤ ਸਿੰਘ ਕਾਦੀਆਂ ਵੀ ਮੇਰੇ ਨਾਲ ਨੇ। ਕਾਦੀਆਂ ਹੋਰਾਂ ਨਾਲ ਕੋਈ ਗੱਲਬਾਤ ਕਰਦੇ ਆ ਕਿ ਉਹ ਕੀ ਕਹਿ ਰਹੇ ਨੇ, ਕਿਉਂਕਿ ਲਗਾਤਾਰ ਅੰਦੋਲਨ ਚੱਲ ਰਿਹਾ। ਅੰਦੋਲਨ ਦੇ ਵਿੱਚ ਕੇਂਦਰ ਨੇ ਮੀਟਿੰਗ ਬੁਲਾਈ। ਮੀਟਿੰਗ ਤੋਂ ਪਹਿਲਾਂ ਉਸ ਬੱਸ ਨਿਊਜ਼ 18 ਦੀ ਟੀਮ ਹੈ। ਬਾਈ ਜੀ, ਕਿੰਨੀਆਂ ਉਮੀਦਾਂ ਲੱਗ ਰਹੀਆਂ? ਲਗਾਤਾਰ ਤੁਹਾਡੀਆਂ ਬੈਠਕਾਂ ਵੀ ਚੱਲਦੀਆਂ, ਅੱਜ ਕੇਂਦਰ ਨਾਲ ਬੈਠਕ ਹੈ, ਸੋਧ ਕੀਤਾ ਜਾਏਗਾ, ਕਾਨੂੰਨ ਵਾਪਸ ਲਿੱਤੇ ਜਾਣਗੇ? ਕਾਨੂੰਨ ਵਾਪਸ ਲੈਣੇ ਚਾਹੀਦੇ ਆ ਜੀ। ਤਿੰਨੇ ਕਾਨੂੰਨ, 2 ਆਰਡੀਨੈਂਸ। ਐਡੀ ਲੰਬੀ ਲੜਾਈ 60 ਦਿਨ ਦੀ ਹੋ ਗਈ, ਅੱਜ 65 ਦਿਨ ਪਹੁੰਚ ਚੁੱਕੇ ਆ। ਅਸੀਂ ਆਪਣੀ ਗੱਲ ਤੇ ਅੜੇ ਹੋਏ ਆ, ਉਹ ਆਪਣੀ ਗੱਲ ਤੇ ਅੜੇ ਹੋਏ ਆ। ਗੱਲਬਾਤ ਦੀ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਲੱਗੂਗਾ ਵੀ ਕਿੱਥੇ ਕਿੱਦਾਂ ਗੱਲ ਉਹ ਚਾਹੁੰਦੇ ਨੇ। ਫਿਰ ਉਸ ਤੋਂ ਬਾਅਦ 30 ਜਥੇਬੰਦੀਆਂ ਅਗਰ ਸੋਧ ਕਰਨ ਨੂੰ ਸਰਕਾਰ ਕਹਿੰਦੀ, MSP ਨੂੰ ਕਹਿੰਦੀ, ਗੱਲਬਾਤ ਬਣੇਗੀ, ਅੰਦੋਲਨ ਖਤਮ ਹੋਏਗਾ ਜਾਂ ਨਹੀਂ? ਨਹੀਂ, ਹਾਲੇ ਤਾਂ ਕੋਈ ਇਹਦਾ ਲੱਗਦਾ ਨਹੀਂ ਵੀ ਸੋਧ ਕਰਕੇ ਅੰਦੋਲਨ ਖਤਮ ਹੋ ਜਾਊਗਾ, ਕਿਉਂਕਿ ਲੋਕ ਜਿਹੜੇ ਕਿਸਾਨ ਬੈਠੇ ਨੇ ਉਹ ਤਾਂ ਕਹਿੰਦੇ ਵਾਪਸ ਹੋਣੇ ਚਾਹੀਦੇ ਨੇ। ਪਰ ਇਹ ਜ਼ਿੰਮੇਵਾਰ ਨੇ ਸਾਰੇ
ਜਿਹੜੇ 35 ਬੰਦੇ ਚੱਲੇ ਨੇ ਜਥੇਬੰਦੀਆਂ ਦੇ, ਇਹ ਜ਼ਿੰਮੇਵਾਰੀ ਲੈਣਗੇ ਤੇ ਉੱਥੇ ਅਸੀਂ ਸਾਈਡ ਤੇ ਰੱਖ ਕੇ ਮੀਟਿੰਗ ਕਰਾਂਗੇ ਆਪਦੀ। ਜਿਹੜੇ ਇਹ ਤੁਸੀਂ ਜਿਵੇਂ ਤੁਸੀਂ ਪੁੱਛਦੇ ਹੁੰਦੇ ਵੀ A ਪਲਾਨ ਕਿਹੜਾ ਤੇ B ਪਲਾਨ ਕਿਹੜਾ, ਉਹ ਫਿਰ ਉੱਥੇ ਜਾ ਕੇ ਡਿਸਕਸ ਕੀਤੇ ਤਾਂ ਜਾਣਗੇ। ਤੁਹਾਡਾ A ਪਲਾਨ ਕੀ ਤੇ B ਪਲਾਨ ਕੀ, ਇਹ ਦੱਸ ਹੀ ਦਿਓ ਫਿਰ। ਨਹੀਂ, ਇਹ ਪਲਾਨ ਪਹਿਲਾਂ ਉਹਨਾਂ ਦੀ ਗੱਲ ਸੁਣਾਂਗੇ। ਅੱਜ ਅਸੀਂ ਫੈਸਲਾ ਕੀਤਾ ਵੀ ਅਸੀਂ 2 ਵਾਰੀ ਮੀਟਿੰਗ ਕਰ ਲਈ, ਇੱਕ ਵਾਰੀ ਵਾਕਆਊਟ ਕਰ ਲਿਆ, ਇੱਕ ਵਾਰੀ ਉਹਨਾਂ ਦੀ ਸੁਣੀ ਤੇ ਆਪਣੀ ਮੰਗ ਪੱਤਰ ਰੱਖੇ ਤੇ ਆਪਣੀ ਵੀ ਸੁਣਾਈ, ਪਰ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ। ਤਾਂ ਹੁਣ ਤੁਹਾਡਾ B ਪਲਾਨ ਕੀ ਹੈ? ਉਹ ਪਹਿਲਾਂ ਸੁਣਨ, ਉਹ ਤੁਹਾਡੀ ਗੱਲ ਸੁਣੋ। ਨਹੀਂ ਉਹ ਆਪਦੀ ਗੱਲ, ਅਸੀਂ ਸੁਣਨੀ ਆ ਉਹਨਾਂ ਦੀ ਗੱਲ। ਉਹ A ਪਲਾਨ ਹੋ ਗਿਆ, ਉਹ ਇਹ ਪਲਾਨ ਹੋ ਗਿਆ। B ਪਲਾਨ ਵੀ ਅਸੀਂ ਪਲਾਨ ਕਰਕੇ ਦੱਸਾਂਗੇ ਉੱਥੇ। ਅਜੇ ਤੈਅ ਨਹੀਂ ਕੀਤਾ ਵੀ ਕੀ ਲੈ ਕੇ ਆਉਂਦੇ, ਸਾਡੇ ਮੰਗ ਪੱਤਰ ਦਾ ਜਵਾਬ ਤਾਂ ਦੇਣਾ ਚਾਹੀਦਾ ਸੀ ਨਾ ਉਹਨਾਂ ਨੂੰ। ਏਜੰਡਾ ਦੇ ਤੁਸੀਂ ਆਪਣੀ ਜਥੇਬੰਦੀ ਦਾ ਨਾਮ ਦੱਸੋ ਔਰ ਸੋਧ ਤੇ ਗੱਲ ਬਣੇਗੀ ਜਾਂ ਕਾਨੂੰਨ ਵਾਪਸ ਹੋ ਕੇ? ਦੁਆਬਾ ਕਿਸਾਨ ਕਮੇਟੀ ਜਨਰਲ ਸਕੱਤਰ ਅਮਰਜੀਤ ਸਿੰਘ ਰਾਣਾ। ਰੱਦ ਤੇ ਗੱਲ ਬਣੇਗੀ ਜੀ, ਉਸ ਤੋਂ ਘੱਟ ਕੋਈ ਵੀ ਚੀਜ਼ ਮਨਜ਼ੂਰ ਨਹੀਂ, ਕਿਉਂਕਿ ਸੰਘਰਸ਼ ਜਿਹੜਾ ਹੈ ਲੋਕਾਂ ਦਾ ਹੈ। ਲੋਕ ਇਹੀ ਚਾਹੁੰਦੇ ਆ, ਲੋਕਤੰਤਰ ਦੇ ਵਿੱਚ ਲੋਕ ਹੀ ਵੱਡੇ ਹੁੰਦੇ ਔਰ ਲੋਕ ਚਾਹੁੰਦੇ ਆ ਕਿ ਕਾਨੂੰਨ ਇਹ ਰੱਦ ਹੋਣ, ਕਿਉਂਕਿ ਉਹਨਾਂ ਦੇ ਹੱਕ ਤੇ ਡਾਕਾ ਔਰ ਲੋਕਾਂ ਦੇ ਸੰਘਰਸ਼ ਜਿਹੜੇ ਆ ਉਹ ਹਮੇਸ਼ਾ ਹੀ ਜਿੱਤਿਆ ਕਰਦੇ ਆ ਔਰ ਜਿੱਤਣ ਦੇ ਕੰਢੇ। ਤਾਂ ਨਿਊਜ਼ 18 ਦੀ ਟੀਮ ਨੇ ਉਸ ਬੱਸ ਦੇ ਵਿੱਚ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਬੱਸ ਦੇ ਜ਼ਰੀਏ ਜਿਹੜੇ ਕਿਸਾਨ ਨੇ ਵਿਗਿਆਨ ਭਵਨ ਦੇ ਵੱਲ ਰਵਾਨਾ ਹੋ ਰਹੇ ਸੀ। ਕੁਝ ਸਮਾਂ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਜੋ ਤੁਹਾਨੂੰ ਸੁਣਵਾਈ ਹੈ। ਤੁਹਾਨੂੰ ਦੱਸ ਦਈਏ ਕਿ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਤਕਰੀਬਨ 35 ਤੋਂ 40 ਮਿੰਟ ਦੀ ਮੀਟਿੰਗ ਹੁਣ ਤੱਕ ਹੋ ਚੁੱਕੀ ਹੈ। ਕਿੰਨੀ ਦੇਰ ਹੋਰ ਮੀਟਿੰਗ ਚੱਲੇਗੀ, ਇਸ ਦੇ ਵਿੱਚ ਹੱਲ ਨਿਕਲਦਾ ਹੈ ਜਾਂ ਨਹੀਂ, ਇਸ ਦੇ ਉੱਤੇ ਸਾਡੀ ਨਜ਼ਰ ਹੈ। ਨਿਊਜ਼ 18 ਪੰਜਾਬ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਕਰੇਗਾ। ਸਾਡੀਆਂ ਟੀਮਾਂ ਇਸ ਸਮੇਂ ਦਿੱਲੀ ਦੇ ਵਿੱਚ ਮੌਜੂਦ ਨੇ ਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਾਰਡਰ ਦੇ ਉੱਤੇ ਧਰਨੇ ਤੇ ਬੈਠੇ ਕਿਸਾਨ ਕੀ ਇਸ ਸਮੇਂ ਸੋਚ ਰਹੇ ਨੇ, ਕੀ ਉਮੀਦ ਲਗਾ ਰਹੇ ਨੇ ਤੇ ਵਿਗਿਆਨ ਭਵਨ ਦੇ ਵਿੱਚ ਕੀ ਕੁਝ ਹਲਚਲ ਹੈ। ਸਾਡੇ ਨਾਲ ਵਿਗਿਆਨ ਭਵਨ ਤੋਂ ਪੰਕਜ ਕਪਾਹੀ ਮੇਰੇ ਸਹਿਯੋਗੀ ਜੁੜ ਰਹੇ ਨੇ, ਸਾਡੇ ਨਾਲ ਟਿਕਰੀ ਬਾਰਡਰ ਤੋਂ ਰੋਹਿਤ ਬੰਸਲ ਸਾਡੇ ਸਹਿਯੋਗੀ ਜੁੜ ਰਹੇ ਨੇ ਤੇ ਮਨੋਜ ਕੁਮਾਰ ਸਿੰਘੂ ਬਾਰਡਰ ਤੋਂ ਸਾਡੇ ਨਾਲ ਜੁੜ ਰਹੇ ਨੇ। ਮੈਂ ਸਿੱਧਾ ਰੁਕ ਕਰਦਾ ਪਹਿਲਾਂ ਵਿਗਿਆਨ ਭਵਨ ਤੋਂ ਲਵਾਂਗੇ ਅਪਡੇਟ ਪੰਕਜ ਕਪਾਹੀ ਤੋਂ। ਪੰਕਜ, ਕੀ ਕੁਝ ਤੁਹਾਡੇ ਕੋਲ ਅਪਡੇਟ ਹੈ? ਤਕਰੀਬਨ 35 ਤੋਂ 40 ਮਿੰਟ ਦੀ ਮੀਟਿੰਗ ਤਾਂ ਆਲਰੇਡੀ ਹੋ ਚੁੱਕੀ ਹੈ। ਕਿੰਨੀ ਲੰਬੀ ਅੱਜ ਦੀ ਮੀਟਿੰਗ ਚੱਲ ਸਕਦੀ ਹੈ? ਕੀ ਕੁਝ ਇਸ ਸਮੇਂ ਤੁਹਾਡੇ ਕੋਲ ਜਾਣਕਾਰੀ? ਪੰਕਜ ਗੌਰਵ, ਇਸ ਤੋਂ ਪਹਿਲਾਂ ਜੋ 13 ਨਵੰਬਰ ਨੂੰ ਬੈਠਕ ਚੱਲੀ ਸੀ ਉਹ ਲਗਭਗ 8 ਘੰਟੇ ਬੈਠਕ ਚੱਲੀ ਸੀ। 8 ਘੰਟੇ ਬੈਠਕ ਜਿਹੜੀ ਹੈ ਉਹ ਇਹਨਾਂ ਤਿੰਨੇ ਮੰਤਰੀਆਂ ਦੇ ਵਿਚਾਲੇ ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ ਅਤੇ ਸੋਮ ਪ੍ਰਕਾਸ਼ ਅਤੇ 32 ਜਥੇਬੰਦੀਆਂ ਔਰ ਅੱਜ 35 ਤੋਂ 36 ਜਥੇਬੰਦੀਆਂ ਨੇ। ਔਰ ਅੱਜ ਵੀ ਜਾਣਕਾਰੀ ਮਿਲ ਰਹੀ ਹੈ ਕਿ ਦੇਰ ਰਾਤ ਤੱਕ ਇਹ ਬੈਠਕ ਜਿਹੜੀ ਉਹ ਚੱਲੇਗੀ। ਰਾਤ ਇਸ ਬੈਠਕ ਨੂੰ 9 ਤੋਂ 10 ਵੀ ਵੱਜ ਸਕਦੇ ਨੇ। ਇੱਥੇ ਡਿਨਰ ਦਾ ਇੰਤਜ਼ਾਮ ਵੀ ਜਿਹੜਾ ਵਾ ਉਹ ਕੀਤਾ ਹੋਇਆ ਵਾ, ਕਿਉਂਕਿ ਇਹ ਬੈਠਕ ਕਾਫੀ ਅਹਿਮ ਹੈ। ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਮੀਟਿੰਗ ਦੇ ਉੱਤੇ ਟਿਕੀਆਂ ਹੋਈਆਂ। ਮੈਂ ਤਸਵੀਰ ਦਿਖਾਊਂਗਾ। ਇਹ ਤਸਵੀਰ ਬਾਹਰ ਦੀ ਹਲਚਲ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੁਰੱਖਿਆ ਦਾ ਇੰਤਜ਼ਾਮ ਹੈ, ਕਿਸ ਤਰੀਕੇ ਨਾਲ ਮੀਡੀਆ ਦਾ ਹਜੂਮ ਜਿਹੜਾ ਵਾ। ਔਰ ਇਹ ਤਸਵੀਰ ਜਿਹੜੀ ਆ ਆਮ ਇਹ ਰੋਡ ਜਿਹੜੀ ਹੈ ਆਮ ਲੋਕਾਂ ਦੇ ਲਈ ਬੰਦ ਕਰ ਦਿੱਤੀ ਗਈ ਹੈ। ਬੈਰੀਕੇਡਿੰਗ ਦੇਖੋ, ਆਮ ਲੋਕਾਂ ਦੇ ਲਈ ਰੋਡ ਪੂਰੀ ਤਰੀਕੇ ਦੇ ਨਾਲ ਬੰਦ ਕਰ ਦਿੱਤੀ ਗਈ ਹੈ। ਕੋਈ ਵੀ ਆਮ ਲੋਕ, ਕੋਈ ਵੀ ਕਿਸਾਨ ਹੋਰ ਇੱਥੇ ਨਹੀਂ ਪਹੁੰਚ ਸਕਦੇ। ਇਹ ਰੋਡ ਪੂਰੀ ਤਰੀਕੇ ਦੇ ਨਾਲ ਦੋਵਾਂ ਪਾਸੋਂ ਬੈਰੀਕੇਡਿੰਗ ਲਾ ਕੇ ਬੰਦ ਕਰ ਦਿੱਤੀ ਹੈ। ਔਰ ਹੁਣ ਇੰਤਜ਼ਾਰ ਹੈ ਕਿ ਮਸਲੇ ਦਾ ਹੱਲ ਹੋਏਗਾ ਕਿਵੇਂ। ਇੰਤਜ਼ਾਰ ਹੈ ਕਿ ਕੇਂਦਰ ਸਰਕਾਰ ਕਾਨੂੰਨ ਵਾਪਸ ਲਏਗੀ। ਇੰਤਜ਼ਾਰ ਹੈ ਕਿ ਕੇਂਦਰ ਸਰਕਾਰ ਦੀਆਂ ਸ਼ਰਤਾਂ, ਕੇਂਦਰ ਸਰਕਾਰ ਦੀਆਂ ਗੱਲਾਂ ਕਿਸਾਨ ਮੰਨਣਗੇ। ਇੰਤਜ਼ਾਰ ਹੈ ਕਿ ਕਿਸਾਨਾਂ ਦੀ ਗੱਲ ਜਿਹੜੀ ਹੈ ਉਹ ਕੇਂਦਰ ਸਰਕਾਰ ਮੰਨੇਗੀ। ਸੋਰਸਿਸ ਇਹ ਜਾਣਕਾਰੀ ਦੇ ਰਹੇ ਨੇ ਕਿ ਅੱਜ 2 ਮਸਲਿਆਂ ਤੇ ਗੱਲਬਾਤ ਹੋ ਸਕਦੀ ਹੈ। ਇੱਕ ਤਾਂ ਐਮਐਸਪੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਇਤਰਾਜ਼ ਸੀਗਾ। ਉਹਨਾਂ ਨੂੰ ਲੱਗਦਾ ਸੀਗਾ ਕਿ ਕਿਸਾਨ ਜੋ ਪੰਜਾਬ ਦੇ ਨੇ ਉਹਨਾਂ ਦੀ ਹਾਲਤ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵਰਗੀ ਹੋ ਸਕਦੀ ਹੈ। ਉਹੀ ਹਾਲ ਜਿਸ ਤਰੀਕੇ ਦੇ ਨਾਲ ਬਿਹਾਰ ਯੂਪੀ ਦੀ ਖੇਤੀ ਦਾ ਹੈ, ਉਹੀ ਹਾਲ ਪੰਜਾਬ ਦਾ ਆਉਣ ਵਾਲੇ ਦਿਨਾਂ 'ਚ ਹੋ ਜਾਏਗਾ। ਐਮਐਸਪੀ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਤਾਂ ਪ੍ਰਾਈਵੇਟ ਘਰਾਣੇ ਆ ਜਾਣਗੇ। ਇਸ ਗੱਲ ਦਾ ਖਦਸ਼ਾ ਸੀਗਾ ਔਰ ਇਸ ਗੱਲ ਨੂੰ ਲੈ ਕੇ ਅੱਜ ਚਰਚਾ ਹੋਏਗੀ। ਜਾਣਕਾਰੀ ਮਿਲ ਰਹੀ ਹੈ ਅੱਜ। ਔਰ ਇਸ ਦੇ ਨਾਲ ਮੰਡੀਕਰਨ ਨੂੰ ਲੈ ਕੇ ਇੱਕ ਵੱਡਾ ਖਦਸ਼ਾ ਜਿਹੜਾ ਕਿਸਾਨਾਂ ਦੇ ਮਨ ਵਿੱਚ ਹੈ, ਉਸ ਨੂੰ ਲੈ ਕੇ ਵੀ ਕੇਂਦਰ ਸਰਕਾਰ ਵੱਲੋਂ ਚਰਚਾ ਕੀਤੀ ਜਾਏਗੀ। ਔਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਕਾਨੂੰਨ ਵਾਪਸ ਨਹੀਂ ਕੀਤੇ ਜਾਣਗੇ। ਕੇਂਦਰ ਸਰਕਾਰ ਨੇ ਵੀ ਮਨ ਬਣਾਇਆ ਹੋਇਆ। ਗੌਰਵ, ਪੰਕਜ ਇਸ ਸਮੇਂ ਇੱਕ ਜਾਣਕਾਰੀ ਦੇ ਰਹੇ ਨੇ ਜੋ ਉਹਨਾਂ ਨੇ 2-3 ਅਹਿਮ ਗੱਲਾਂ ਇਸ ਪੂਰੇ ਮੀਟਿੰਗ ਨੂੰ ਲੈ ਕੇ ਜੋ ਕਹੀਆਂ ਨੇ। ਪਹਿਲੀ ਕਿ ਕਾਨੂੰਨ ਵਾਪਸ ਲੈਣ ਦੇ ਮੂੰਹ 'ਚ ਕੇਂਦਰ ਦੀ ਸਰਕਾਰ ਨਹੀਂ ਨਜ਼ਰ ਆਉਂਦੀ, ਕਿਸਾਨ ਇਸ ਦੇ ਉੱਤੇ ਅੜੇ ਹੋਏ ਨੇ। ਤੇ ਦੂਜਾ ਉਹਨਾਂ ਨੇ ਕਿਹਾ ਕਿ ਡਿਨਰ ਦਾ ਯਾਨੀ ਕਿ ਰਾਤ ਦੇ ਭੋਜਨ ਦਾ ਵੀ ਇੰਤਜ਼ਾਮ ਕੀਤਾ ਗਿਆ। ਯਾਨੀ ਉਮੀਦ ਕਰੋ ਕਿ 13 ਨਵੰਬਰ ਨੂੰ ਜਿਹੜੀ ਮੀਟਿੰਗ ਬਹੁਤ ਲੰਬੀ ਹੋਈ ਸੀ, ਕੁਝ ਉਸ ਤਰੀਕੇ ਦੀ ਹੀ ਮੀਟਿੰਗ ਅੱਜ ਵੀ ਨਜ਼ਰ ਆ ਸਕਦੀ ਹੈ। ਯਾਨੀ ਕਿ ਅਗਲੇ ਕੁਝ ਘੰਟਿਆਂ ਤੱਕ ਇਹ ਮੀਟਿੰਗ, ਇਹ ਗੱਲਬਾਤ ਜਾਰੀ ਰਹਿ ਸਕਦੀ ਹੈ। ਇਹ ਵੀ ਜਾਣਕਾਰੀ ਹੈ ਕਿ ਤਕਰੀਬਨ ਹਰ ਕਿਸਾਨ ਜਥੇਬੰਦੀ ਦੇ ਆਗੂ ਦੇ ਨਾਲ ਜਿਹੜੇ ਕੇਂਦਰੀ ਮੰਤਰੀ ਨੇ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ। ਹਰ ਇੱਕ ਦਾ ਪੱਖ ਸੁਣਨ ਦੀ ਕੋਸ਼ਿਸ਼ ਹੋਏਗੀ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਪੰਕਜ, ਤੁਸੀਂ ਨਜ਼ਰ ਬਣਾਏ ਰੱਖੋ, ਤੁਹਾਡੇ ਕੋਲ ਵਾਪਸ ਆਵਾਂਗਾ ਮੈਂ। ਟਿਕਰੀ ਬਾਰਡਰ ਤੋਂ ਲੈ ਕੇ ਚੱਲਦੇ ਹਾਂ। ਰੋਹਿਤ ਬੰਸਲ ਸਾਡੇ ਸਹਿਯੋਗੀ ਸਾਡੇ ਨਾਲ ਨੇ। ਰੋਹਿਤ, ਕੀ ਕੁਝ ਤੁਹਾਡੇ ਕੋਲ ਇਸ ਸਮੇਂ ਅਪਡੇਟ ਹੈ? ਕਿਹੋ ਜਿਹਾ ਉੱਥੇ ਮਾਹੌਲ ਨਜ਼ਰ ਆ ਰਿਹਾ ਹੈ ਟਿਕਰੀ ਬਾਰਡਰ?
ਕਿਉਂਕਿ ਪਿਛਲੇ 3 ਤੋਂ 4 ਦਿਨਾਂ ਤੋਂ ਕਿਸਾਨ ਉੱਥੇ ਵੀ ਡਟੇ ਹੋਏ ਨੇ। ਅੱਜ ਦੇ ਇਸ ਪੂਰੇ ਗੱਲਬਾਤ, ਅੱਜ ਦੀ ਮੀਟਿੰਗ ਨੂੰ ਲੈ ਕੇ ਕਿ ਬਾਕੀ ਉਹਨਾਂ ਨੂੰ ਉਮੀਦ ਹੈ ਕਿ ਬਸ ਆ ਗਈ ਘੜੀ, ਹੁਣ ਗੱਲਬਾਤ ਬਣ ਜਾਣੀ ਹੈ। ਜੀ ਬਿਲकुल, इस वक्त मैं टिकरी बॉर्डर ਤੇ ਖੜਾ ਹਾਂ ਔਰ ਤੁਸੀਂ ਤਸਵੀਰਾਂ ਦੇ ਜ਼ਰੀਏ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਜਿਹੜੇ ਕਿਸਾਨਾਂ ਦੀਆਂ ਤਕਰੀਰਾਂ ਹਾਲੇ ਤੱਕ ਜਾਰੀ ਨੇ। ਲਗਾਤਾਰ ਕਿਸਾਨਾਂ ਨੇ ਸਟੇਜ ਲਗਾ ਦਿੱਤਾ ਔਰ ਲੰਮੇ ਇਕੱਠ ਕਿਸਾਨਾਂ ਦੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਜਿੰਨੀ ਦੂਰ ਤੱਕ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਟਰੈਕਟਰ ਟਰਾਲੀਆਂ ਨਜ਼ਰ ਆਉਣਗੀਆਂ। ਔਰ ਵੱਡੀ ਗੱਲ ਇਹ ਹੈ ਕਿ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਰਿਆਣਾ ਦੇ ਕਿਸਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ। ਹਰਿਆਣਾ ਦੇ ਨੌਜਵਾਨ ਕਿਸਾਨ ਪਹੁੰਚੇ ਹੋਏ ਨੇ। ਤੁਸੀਂ ਟਰੈਕਟਰਾਂ ਦੀਆਂ ਲੰਮੀਆਂ ਲਾਈਨਾਂ ਦੇਖ ਸਕਦੇ ਹੋ, ਟਰੈਕਟਰ ਦੇਖ ਸਕਦੇ ਹੋ। ਇਸ ਦੇ ਦੂਜੇ ਪਾਸੇ ਸਟੇਜ ਲਗਾਈ ਗਈ ਹੈ ਜਿੱਥੇ ਲਗਾਤਾਰ ਜਿਹੜੇ ਸੀਨੀਅਰ ਹੈ, ਜਿਹੜੇ ਲੀਡਰ ਨੇ ਜਾਂ ਜਿਹੜੇ ਵੱਖ-ਵੱਖ ਪਾਰਟੀਆਂ ਦੇ ਆਗੂ ਹੈ, ਉਹਨਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਤਕਰੀਰਾਂ ਦੇ ਜ਼ਰੀਏ ਜਾਣਕਾਰੀ ਦਿੱਤੀ ਜਾ ਰਹੀ ਹੈ। ਔਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਮੀਟਿੰਗ ਦੀ, ਮੀਟਿੰਗ ਤੋਂ ਕਿਸਾਨਾਂ ਨੇ ਇੱਕ ਗੱਲ ਸਾਫ਼ ਕਰਤੀ ਹੈ ਕਿ ਇਹ ਮੀਟਿੰਗ ਦਾ ਹੱਲ ਬਹੁਤ ਛੇਤੀ ਨਿਕਲਣ ਵਾਲਾ ਨਹੀਂ ਹੈ। ਇਹ ਮੀਟਿੰਗ बहुत देर तक क्योंकि चलने वाली है और किसान ने कहता है कि चाहे 2 मीटिंग करनियां पैण, चाहे 10 मीटिंग करनी पैण, जदों तक साडे मसले का हल नहीं हो जाता साडियां मीटिंगां इसे तरह ही जारी रहणगियां, चाहे मीटिंगां किन्नियां करनी पैण। और जिन्ना चਿਰ पूरा मसला हल नहीं हुंदा ਅਸੀਂ ਪਿੱਛੇ ਹਟਣ ਵਾਲੇ ਨਹੀਂ ਆ। ਤੁਸੀਂ ਕਿਸਾਨਾਂ ਦਾ ਇਕੱਠ ਦੇਖ ਸਕਦੇ ਹੋ ਹਰ ਰੋਜ਼ 11 ਵਜੇ ਤੋਂ ਲੈ ਕੇ ਕਰੀਬ ਸ਼ਾਮ ਦੇ 5-6 ਵਜੇ ਤੱਕ ਇਸ ਤਰ੍ਹਾਂ ਹੀ ਸਟੇਜ ਲਗਾਈ ਜਾਂਦੀ ਹੈ ਔਰ ਸਟੇਜ ਦੇ ਉੱਤੇ ਵੱਖ-ਵੱਖ ਜਿਹੜੇ ਕਿਸਾਨ ਆਗੂ ਨੇ ਉਹ ਆਪਣੀਆਂ ਤਕਰੀਰਾਂ ਪੇਸ਼ ਕਰਦੇ ਨੇ। ਬਾਪੂ ਜੀ ਨਾਲ ਬਾਪੂ ਜੀ ਅੱਜ ਮੀਟਿੰਗ ਚੱਲ ਰਹੀ ਹੈ ਕੇਂਦਰ ਦੇ ਨਾਲ, ਲੱਗਦਾ ਕਿ ਕੋਈ ਹੱਲ ਨਿਕਲ ਸਕਦਾ ਮੀਟਿੰਗ 'ਚ? ਅਸੀਂ ਤਾਂ ਉਹਦਾ ਹੱਲ ਲੈਣ ਵਾਸਤੇ ਆਏ ਹਾਂ। ਜੇ ਕੇਂਦਰ ਮੰਨੇ ਤੇ ਉਹਦੇ ਚੰਗੀ ਹੈ, ਨਾ ਮੰਨੇਗਾ ਤੇ ਨੁਕਸਾਨ ਉਹਦਾ ਹੈ। ਅਸੀਂ ਲੈ ਕੇ ਜਾਵਾਂਗੇ, ਸਾਨੂੰ 4 ਮਹੀਨੇ ਲੱਗਣ 6 ਮਹੀਨੇ ਲੱਗਣ, ਸਾਡਾ ਆਪਦਾ ਹੱਕ ਹੈ, ਆਪਦਾ ਹੱਕ ਲੈ ਕੇ ਜਾਵਾਂਗੇ। ਸਾਡੀ ਜੋ ਬੀਬੀਆਂ ਬੱਚੇ ਇੱਥੇ ਬੈਠੇ ਨੇ ਮਜਬੂਰੀ ਦੇ ਮਾਰੇ ਬੈਠੇ ਨੇ, ਸਾਡੇ ਬੱਚੇ ਫੌਜ 'ਚ ਮਰਦੇ ਨੇ, ਸਾਡੇ ਬੱਚੇ ਖੇਤਾਂ 'ਚ ਮਰਦੇ ਨੇ, ਸਾਡੇ ਬੱਚੇ ਹੀ ਸੜਕਾਂ 'ਤੇ ਬੈਠੇ ਨੇ ਤੇ ਸਾਡੇ ਹੀ ਤੇ ਕਾਨੂੰਨ ਸਾਡੇ ਪੇਟ ਤੇ ਮੂੰਹ ਤੇ ਚਾਟ ਮਾਰ ਕੇ ਪੈਲੀਆਂ ਖੋਹਣ ਦਾ ਹੱਥ ਲੈਣ ਨੂੰ ਤਿਆਰ ਹੈ। ਅਸੀਂ ਮੋਦੀ ਸਾਹਿਬ ਨੂੰ ਬੇਨਤੀ ਕਰਨੇ ਆ ਵੀ ਸਿਆਣਾ ਬਣੇ ਤੇ ਸਿਆਣਾ ਬਣ ਕੇ ਸਾਡਾ ਹੱਕ ਸਾਨੂੰ ਦੇਵੇ, ਸਾਡੀ ਜਨਤਾ ਨੂੰ ਤੰਗ ਨਾ ਕਰੇ, ਛੇਤੀ ਤੋਂ ਛੇਤੀ ਸਾਡਾ फैसला ਮੰਨੇ ਤੇ ਸਾਡੀ ਸੰਗਤ राजी हो के आपके घर ਨੂੰ जाना चाहिए। आज दिल्ली में मीटिंग चल रही है केंद्र के मंत्रियों के साथ, क्या लगता है कि एक मीटिंग में सोल्यूशन निकल सकता है? अरे ये मोदी है, इतने आसानी से रास्ता नहीं देगा। इसकी गर्दन में घुटना टेकेंगे ना जब आएगा, अभी काबू नहीं आने वाला है। बड़ा कलाकार लो। ਸੋ ਕੁਝ ਹੋਰ ਕਿਸਾਨ ਨੇ ਸਾਡੇ ਨਾਲ। ਬਾਪੂ ਜੀ ਮੀਟਿੰਗ ਚੱਲ ਰਹੀ ਹੈ, ਕੀ ਲੱਗ ਰਿਹਾ ਮੀਟਿੰਗ ਦੇ ਵਿੱਚ ਕੋਈ ਫੈਸਲਾ ਪੋਜ਼ਿਟਿਵ ਆ ਸਕਦਾ ਕਿਉਂਕਿ ਕਾਫੀ ਲੰਮੀ ਮੀਟਿੰਗ ਹੀ ਚੱਲਣੀ ਹੈ? ਮੀਟਿੰਗ ਤੇ ਬਹੁਤ ਲੰਮੀ ਚੱਲਣੀ ਹੈ ਪਰ ਬਿਲਕੁਲ ਇਹੋ ਜਿਹਾ ਕੋਈ ਵੀ ਮਨ ਸਾਡਾ ਨਹੀਂ ਮੰਨਣ ਨੂੰ ਤਿਆਰ, ਕੋਈ ਤਸੱਲੀ ਨਹੀਂ ਹੈ। ਉਹ ਮੰਨ ਜੇ ਠੀਕ ਹੈ। ਅਸੀਂ 28 ਤਰੀਕ ਨੂੰ ਕੋਸ਼ਿਸ਼ ਕੀਤੀ ਸੰਸਦ ਭਵਨ ਦੇ ਅੰਦਰ ਜਾਣ ਲਈ, ਜੇ ਕਿਤੇ ਅਸੀਂ ਟੱਪ ਜਾਂਦੇ ਤੇ ਗਿੱਚੀਆਂ ਫੜ ਕੇ ਠਾ ਕੇ ਬਾਹਰ ਮਾਰਦੇ, ਉੱਥੇ ਕਿਸਾਨ ਪੀਐਮ ਬਿਠਾਇਆ ਹੁੰਦਾ, ਫਿਰ ਪਤਾ ਲੱਗਦਾ ਵੀ ਕਿਸਾਨੀ ਨਾਲ ਕਿਵੇਂ ਕਿਸਾਨਾਂ ਦਾ ਕੀਤਾ ਜਾਂਦਾ। ਇਹਨਾਂ ਨੂੰ ਕੀ ਪਤਾ, ਨਾ ਇਹਨਾਂ ਦਾ ਧੀ ਨਾ ਪੁੱਤ, ਇਹਨਾਂ ਨੂੰ ਕੀ ਪਤਾ ਇਹ ਜਾਇਦਾਦਾਂ ਦਾ ਮਗਰ ਕਿਵੇਂ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੋ ਜਾਂਦਾ, ਮੀਟਿੰਗ ਲਗਾਤਾਰ ਚਾਹੇ ਕਿੰਨੀਆਂ ਹੋ ਜਾਣ, ਉਹਨਾਂ ਚਿਰ ਕਿਸਾਨ ਇੱਥੇ ਧਰਨੇ ਤੇ ਰਹਿਣਗੇ। ਕਿਸਾਨ ਮਰੇਗਾ, ਇੱਥੇ ਹੀ ਮਰੇਗਾ ਜਿੰਨਾ ਚਿਰ ਇਹਦਾ ਫੈਸਲਾ ਨਹੀਂ ਹੁੰਦਾ। ਇਸਨੇ ਮਰਨ ਤੋਂ ਬਿਨਾ, क्योंकि ये कानून लागू हो गया, किसान तभी मरेगा, तो पहले ही मर जाएगा तो अच्छी बात है। बच्चे तो ना गला घोटेंगे, हमारे पोते तो ना मारेंगे। पूरे हिंदुस्तान का किसान इकट्ठा होगा, ये बता जाओ आपको। पूरे हिंदुस्तान का हर प्रदेश का किसान यहाँ है। मध्य प्रदेश के आ लिए, महाराष्ट्र के आ लिए, केरल और कर्नाटक का किसान यहाँ आ चुका है, लेकिन मीडिया नहीं दिखा रहा उनको। सिर्फ हरियाणा ਤੁਸੀਂ ਇਸ ਵਕਤ ਨਿਊਜ਼ 18 ਪੰਜਾਬ ਤੇ ਸਿੱਧਾ ਲਾਈਵ ਪ੍ਰਸਾਰਣ ਹੋ ਰਿਹਾ ਔਰ ਤੁਹਾਡਾ ਸਿੱਧਾ ਤੁਸੀਂ ਟੀਵੀ ਦੇ ਜ਼ਰੀਏ ਤੁਹਾਡੇ ਘਰ ਤੱਕ ਪਹੁੰਚ ਰਹੇ ਹੋ। ਪੰਜਾਬ, ਹਰਿਆਣਾ, ਹਿਮਾਚਲ ਦੇ ਹਰ ਕੋਨੇ 'ਚ ਪਹੁੰਚ ਰਹੇ ਹੋ। अरे पूरे हिंदुस्तान का किसान यहाँ आया हुआ है, लेकिन दिखाइए आप। अरे मीडिया के लोगों आप दिखाइए इस ਤੁਸੀਂ ਸਿੱਧਾ ਪ੍ਰਸਾਰਣ ਜਾ ਰਹੇ ਹੋ। बुलंद करो आप किसान, अंदाता की आवाज को। आवाज लोकतंत्र का चौथा सदन होता है मीडिया नहीं कर रहा, ये कॉर्पोरेट वर्ल्ड का मीडिया है। ਤੁਸੀਂ ਸਿੱਧਾ ਇਸ ਵਕਤ ਜਾ ਰਹੇ ਹੋ। ਮੈਂ ਹੋਰ ਅੱਗੇ ਗੱਲ ਕਰਾਂਗਾ। ਬਾਪੂ ਜੀ ਮੀਟਿੰਗਾਂ, ਜਿੰਨੀਆਂ ਮੀਟਿੰਗਾਂ ਚਾਹੇ ਜਿੰਨੀਆਂ ਮਰਜ਼ੀ ਹੋ ਜਾਣ, ਉਮੀਦ ਹੈ ਕਿ ਜੇ ਅੱਜ ਦੀ ਮੀਟਿੰਗ 'ਚ ਵਧੀਆ ਫੈਸਲਾ ਆਵੇ ਤਾਂ ਇਹ ਧਰਨੇ ਖਤਮ ਕਰ ਦਿੱਤੇ ਜਾਣ। ਤੇ ਆਵੇ ਤੇ ਸਾਡਾ ਹੱਕ ਸਾਨੂੰ ਮਿਲੇ ਤੇ ਉਹ ਵੀ ਖੁਸ਼ ਰਹੇ ਤੇ ਅਸੀਂ ਵੀ ਖੁਸ਼ ਰਹੀਏ। ਸਾਨੂੰ ਨਾ ਦੁਖੀ ਕਰੇ, ਦੁਖੀ ਹੋਇਆ ਬੰਦਾ ਕੁਝ ਵੀ ਕਰ ਸਕਦਾ ਹੈ। ਸਾਡੇ ਜਿਹੜੇ ਪੰਜਾਬੀ ਨੇ ਇੰਗਲੈਂਡ ਜਾ ਕੇ ਵੀ ਅਦਾਇਰ ਨੂੰ ਮਾਰ ਲਿਆ ਸੀ ਉਹਨਾਂ ਨੇ, ਤੇ ਸਾਡੇ ਪੰਜਾਬੀ ਆਪਦਾ ਹੱਕ ਨਹੀਂ ਛੱਡਦੇ, ਕਿਤੇ ਵੀ ਰਹਿਣ ਹੱਕ ਲੈਣਗੇ। ਸਾਡੀ ਬੇਨਤੀ ਸਾਡਾ ਹੱਕ ਸਾਨੂੰ ਛੇਤੀ ਤੋਂ ਛੇਤੀ ਦੇਵੇ, ਸਾਨੂੰ ਮਜਬੂਰ ਨਾ ਕਰੇ। ਸਾਡੇ ਮਾਈਆਂ ਭੈਣਾਂ ਸੜਕਾਂ ਦੇ ਨਾ ਰੁਲਣ। ਸਾਡੀ ਇਹ ਮੋਦੀ ਸਾਹਿਬ ਨੂੰ ਬੇਨਤੀ ਹੈ ਵੀ ਸਾਡਾ ਹੱਕ, ਸਾਡਾ ਜੋ ਗੰਦਾ ਕਾਨੂੰਨ ਬਣਾਇਆ, ਕਾਲਾ ਕਾਨੂੰਨ, ਉਹ 3-4 ਕਾਨੂੰਨ ਉਹਦੇ ਵਾਪਸ ਲਵੇ
ਸਾਨੂੰ ਸਾਡੇ ਹੱਕ 'ਚ ਰਹਿਣ ਦੇਵੇ। ਸੋ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਕਹਿਤਾ ਚਾਹੇ ਕਿੰਨੀਆਂ ਮਰਜ਼ੀ ਮੀਟਿੰਗਾਂ ਕਰਨੀਆਂ ਪੈ ਜਾਣ, ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ। ਜਿੰਨਾ ਚਿਰ ਸਾਡੇ ਮਸਲਿਆਂ ਦਾ ਹੱਲ ਨਹੀਂ ਹੋ ਜਾਂਦਾ ਉਹਨਾਂ ਚਿਰ ਅਸੀਂ ਨਹੀਂ ਜਾਵਾਂਗੇ, ਚਾਹੇ ਸਾਨੂੰ 10 ਮੀਟਿੰਗਾਂ ਕਰਨੀਆਂ ਪੈਣ, ਜੇ ਇਸ ਤੋਂ ਜ਼ਿਆਦਾ ਕਰਨੇ ਪੈਣ, ਔਰ ਜਿੰਨੇ ਮਹੀਨੇ ਵੀ ਸਾਨੂੰ ਇੱਥੇ ਬੈਠਣਾ ਪਵੇ ਅਸੀਂ ਤਿਆਰ ਹਾਂ। ਕਿਉਂਕਿ ਪੰਜਾਬ ਦੇ तमाम ਕਿਸਾਨ ਆਪਣੇ ਨਾਲ ਟਰੈਕਟਰ ਟਰਾਲੀਆਂ ਦੇ ਵਿੱਚ ਰਾਸ਼ਨ ਲੈ ਕੇ ਪਹੁੰਚੇ ਹੋਏ ਨੇ, ਔਰ ਲੋਕਲ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਦਾ ਬਹੁਤ ਖੂਬ ਜਿਹੜਾ ਯੋਗਦਾਨ ਹੈ, ਹਰਿਆਣਾ ਦੇ ਕਿਸਾਨਾਂ ਦਾ ਯੋਗਦਾਨ ਹੈ, ਉਹ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ ਸਾਫ਼ ਤੌਰ ਤੇ। ਜੀ ਜੀ ਬਿਲकुल, मैं ਤੁਹਾਡੇ ਕੋਲ ਵਾਪਸ ਆਵਾਂਗਾ ਰੋਹਿਤ, ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ। ਇਸ ਸਮੇਂ ਬਹੁਤ ਜ਼ਰੂਰੀ ਹੈ ਕਿ ਕਿਸਾਨ ਜਿਹੜੇ ਬਾਰਡਰ ਦੇ ਉੱਤੇ ਬੈਠੇ ਨੇ, ਜਿਹੜੇ ਮੀਟਿੰਗ ਦੇ ਵਿੱਚ ਨਹੀਂ ਗਏ ਬਲਕਿ ਉਹਨਾਂ ਦੀ ਜਥੇਬੰਦੀ ਦੇ ਨੁਮਾਇੰਦੇ ਉੱਥੇ ਮੀਟਿੰਗ ਦੇ ਵਿੱਚ ਗੱਲਬਾਤ ਕਰਨ ਦੇ ਲਈ ਗਏ ਨੇ, ਉਹ ਕੀ ਸੋਚਦੇ ਨੇ, ਉਹਨਾਂ ਦਾ ਕੀ ਇਸ ਸਭ ਦੇ ਉੱਤੇ ਰਾਏ ਹੈ, ਅਸੀਂ ਉਹ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ सिंघू बॉर्डर तो साडे नाल साडे सहयोगी जुड़ रहे हैं मनोज कुमार। मनोज, आपसे भी समझना चाहेंगे क्योंकि उम्मीदें कुछ किसानों को हैं, लेकिन ज्यादातर किसान तो ऐसे नजर आए हैं जो कहते हैं कि ज्यादा उनको पहली इस मीटिंग से उम्मीद नहीं है और वो उम्मीद कर रहे हैं कि आने वाले दिनों में इसके ऊपर बातचीत जरूर हो और बातचीत आगे बढ़ती रहे। आपसे जानना चाहूंगा कि क्या कुछ इस समय किसानों को उम्मीद है जो सिंघू बॉर्डर पर मौजूद हैं, जो धरने प्रदर्शन में शामिल है, अपने घरों से दूर हैं, पंजाब से हरियाणा से यहां पर पहुंचे हैं? मनोज जी बिल्कुल गौरव, हम ज़रूर बात करेंगे और जानेंगे कि मीटिंग से कितनी उम्मीद है। लेकिन यहाँ मैं आपको एक अपडेट देना चाहूँगा, जैसा कि हरियाणा में कल तमाम खापों की बैठक हुई थी और उन्होंने किसान आंदोलन को अपना समर्थन देने का फैसला किया गया था। तो यहाँ पर एक खाप के जो प्रतिनिधि हैं, ये सर्व हरियाणा दहिया खाप के जो प्रतिनिधि हैं वो यहाँ पर पहुँचे हैं और उन्होंने यहाँ सिंघू बॉर्डर पर आकर किसानों को अपना समर्थन दिया है। ये बताइए कौन सी खाप है आपकी, कहाँ से आप लोग? दहिया खाप है जी हमारी, मेरा सिसाना गांव है। और ये मैं मुख्यमंत्री को आपके चैनल के माध्यम से कहना चाहता हूँ, मुख्यमंत्री मनोहर लाल जी कहता कि हरियाणा प्रदेश का किसान नहीं खड़ा हुआ है। हरियाणा प्रदेश का किसान ही जम्मू कश्मीर से लेकर के कन्याकुमारी तक का इस देश का अन्नदाता खड़ा हो चुका है। और मेरी मोदी जी से और अमित शाह जी से रिक्वेस्ट है, ये जो काला कानून थोपा गया किसान के ऊपर, इस काले कानून को वापस ले, इस देश के अन्नदाता को मारा ना जाए। एक मेरा सवाल ये कि कौन कौन सी खाप किसानों को सपोर्ट कर रही है? पूरा हिंदुस्तान खड़ा हो चुका है, पूरी खापें हरियाणा प्रदेश की तमाम खापों ने सपोर्ट कर दिया है। इस देश का कमेरा वर्ग है, किसान और मजदूर खड़ा है, इस देश का अन्नदाता खड़ा है, मजदूर खड़ा है और इस देश का इतिहास गवाह है। जब जब भी किसान और मजदूर की अनदेखी की हुई है, उस सरकार का पतन हुआ है। और मैं आपके चैनल के माध्यम से कुछ चैनलों को कहना चाहूंगा, जैसे आज तक का चैनल है, जब भी हम टीवी खोलते हैं उसमें दिखाते हैं मोदी और अमित शाह, उसको किसानों की हमारी जांच मांगे है, हमारे चैनल को सबको मांगे उठानी चाहिए। आप बताइए आप कहाँ से आए, क्या नाम है आपका? मैं गांव जरोठी से आया हूँ और यहाँ सामान लेकर करके आए हैं। हम अपने गांव से पैसे इकट्ठे कर करके, चावल है, दाल है, चीनी है, फल, राशन का सामान, राशन का लेकर करके आए हैं। हम 10-12 गांव के पैसा इकट्ठा कर करके सामान लेकर करके यहाँ लंगर में देने के लिए आए हैं। हम अपने किसानों के लिए जो हमारे यहाँ पे डटे हुए हैं, उन किसानों के लिए लेकर के आए। ये भी हमारे भाईबंद हैं, पंजाब से आए हुए भाईबंद हैं। मोदी सरकार को ये सोचना चाहिए, जब सारी पब्लिक की जो इसके उल्टी हो रही है तो उल्टा कानून क्यों लगा रहे हैं? ठीक है, ये बताइए कि अब बैठक शुरू हो गई है दिल्ली में, कितनी उम्मीद है आपको कि बात बनेगी? मुझे लगता है कि ये मोदी सरकार हटने वाली नहीं है, लेकिन हम चाहते हैं अगर जब कुर्सी से हटेगा जब ये अपने आप हट जाएगा। नहीं तो मोदी सरकार को ये चाहिए कि जल्दी है जल्दी, जब सारा हिंदुस्तान ही अपोजिट हो चुका है, जल्दी से इन कानूनों को वापस ले। आपको क्या लगता है, कितनी उम्मीद है? ऐसा जी हमें उम्मीद नहीं दिखाई दे रही है। दिखाई नहीं दे रही, क्यों नहीं दिखाई दे रही? बातचीत से सरकार की जो मंशा है, मैं कल भी देख रहा था, किसान यहाँ पड़ा है, मोदी जी वहाँ से गया हुआ है, मोदी जी को यहाँ आना चाहिए, किसान की बात सुननी चाहिए। सबसे बड़ा जो इस देश का अन्नदाता है, जो रोड में पड़ा, सर्दी के मौसम है। आप पंजाब से? हाँ जी सर, हम कहाँ से हैं? पंजाब में? पटियाला पंजाब से हैं जी। आप बताइए, हरियाणा के आपके जो साथी हैं वो भी यहाँ पर पहुँच रहे हैं, क्या लग रहा है अब ये दबाव बढ़ेगा सरकार? बिल्कुल सर, सरकार पूरे दबाव में है, लेकिन वो शो नहीं कर रही अभी। वो अपने मन की बातें कर रहा है, लेकिन किसान के मन की बात बिल्कुल नहीं सुन रहा। ਤੁਸੀਂ ਕਿੱਥੇ ਭਾਜੀ? ਅਸੀਂ ਪੰਜਾਬ ਪਟਿਆਲਾ ਤੋਂ ਹਾਂ, क्रांतिकारी किसान यूनियन पंजाब। ਕੀ ਲੱਗ ਰਿਹਾ ਤੁਹਾਨੂੰ? लगता है जी मोदी ने 7 साल हो गए सानू मन की बात बताने की अपनी, अभी हमारी मन की बात भी तो सुनो ना, हम भी सुनाने आए हैं यहाँ पे। मोदी मन की बात के लिए बुलाया है, अभी देखते हैं क्या बोलते हैं क्या नहीं बोलते। अगर नहीं होगा तो आगे जैसे हमारे लीडर बताएंगे उस संघर्ष को हम आगे बढ़ाएंगे। तो बात ऐसा है
कि जहाँ पे हम जहाँ पहुँच गए पंजाब से हमारे साथ पूरा देश लग चुका थे, उसके बाद हम जब तक काले कानून वापस नहीं हो गए हम जहाँ से वापस नहीं जाने वाले, दिल्ली का गला घोटेंगे। जी, पंजाब और अब हरियाणा लगातार दोनों प्रदेशों के किसान और बाकी राज्यों के किसान यहाँ पर पहुँच रहे हैं। जी, ये देखिए किस तरीके से जो तमाम लाउड स्पीकर और अपने झंडे डंडे लेकर यहाँ पर जो किसान हैं पूरी तैयारी के साथ पहुँचे हैं। और अब किसान संगठनों के साथ साथ हरियाणा की जो खापें हैं वो भी किसानों के समर्थन में यहाँ सिंघू बॉर्डर पर उतर आई हैं। तो गौरव हम कह सकते हैं कि लगातार जो सिंघू बॉर्डर पर किसानों के संगठन आ रहे हैं, खापे आ रही है, उससे दबाव जरूर केंद्र सरकार पर बनेगा। ठीक है, ਤੁਹਾਡੇ ਕੋਲ ਵਾਪਸ ਆਵਾਂਗੇ ਮਨੋਜ। ਗੱਲਬਾਤ ਅਸੀਂ ਲਗਾਤਾਰ ਜਾਰੀ ਰੱਖਾਂਗੇ। ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਦੇ ਅੰਦੋਲਨ ਦੇ ਵਿਚਾਲੇ ਕਿਸਾਨਾਂ ਦੀ ਆਵਾਜ਼ ਜ਼ਰੂਰ ਨਿਊਜ਼ 18 ਪੰਜਾਬ ਦੇ ਜ਼ਰੀਏ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਤੇ ਦੂਜੇ ਪਾਸੇ ਸਰਕਾਰ ਦੀ ਕੀ ਤਰਕ ਨੇ, ਸਰਕਾਰ ਇਸ ਸਮੇਂ ਕੀ ਕਹਿ ਰਹੀ ਹੈ ਉਹ ਵੀ ਤੁਹਾਨੂੰ ਦੱਸੀਏ। ਇਸ ਸਭ ਦੇ ਵਿਚਾਲੇ ਵਿਗਿਆਨ ਭਵਨ 'ਚ ਮੀਟਿੰਗ ਹੈ, ਪਰ ਇਸ ਦੇ ਵਿਚਾਲੇ ਇੱਕ ਵੱਡੀ ਖਬਰ ਹੈ, ਉਸ ਦਾ ਰੁਖ ਕਰਦਾ ਹੈ। पंजाब बीजेपी के इंचार्ज के वालों बड़ा बयान दिता गया है। नाम है दुष्यंत गौतम। किसान आंदोलन नूं शाहीन बाग दे नाल जोड़ दिता है दुष्यंत गौतम ने। एमपी ने, छोटे आगू नहीं ने, बड़े आगू ने, पंजाब बीजेपी के इंचार्ज हाल ही दे विच लगाए गए ने। ते दुष्यंत गौतम कह रहे हैं कि शाहीन बाग धरना भी 3 महीनों दे विच खत्म होया सी, किसान आंदोलन भी खत्म हो जाएगा। दुष्यंत गौतम किसानां दे मसले दा कहंदे नजर आए ने कि किसानां दे मसले दा जल्द हल निकलेगा। तो बड़ी खबर है क्योंकि थानू याद है कि सीएए जो आया देश दे विच कानून लेके आई केंद्र दी मोदी सरकार, तो उस तो बाद दिल्ली के शाहीन बाग दे विच धरना प्रदर्शन चलिया। करीब 2 तो 3 महीने प्रदर्शन चलता रहा ते किसान अंदोलन इस समय 2 महीने तो ज्यादा समा हो चलिया है। ते हुण बीजेपी दे आगू पंजाब बीजेपी दे इंचार्ज दुष्यंत गौतम कह रहे हैं कि शाहीन बाग दा जिहड़ा प्रदर्शन वो भी 3 महीने च खत्म हो गया सी, किसान अंदोलन भी 3 महीने दे विच खत्म हो जाएगा। उन्होंने यह भी कहा कि किसानों के मसले का हल जल्द अते जरूर निकलेगा। दुष्यंत गौतम पंजाब बीजेपी के इंचार्ज दे नाल खास गलबात की है साडे सहयोगी मनोज राठी ने, वो तुहानूं सुणवाउने। राज्यसभा के एमपी दुष्यंत गौतम जी हमारे साथ हैं, चंडीगढ़ आए हुए हैं। गौतम जी 2 मिनट के आपका समय लेंगे। आज आप चंडीगढ़ आए हैं, सबसे बड़ी बात यह है कि सिचुएशन अभी क्या चल रही है, आपने देखा किसानों का आंदोलन चल रहा है, किस तरह से देखते हैं? अभी भी मीटिंग का दौर जारी है और सबसे बड़ी बात यह है कि अब हरियाणा के जो किसान हैं वो भी अब समर्थन में जुड़ गए। देखिए, किसान हमारे अन्नदाता हैं, किसान इस देश के नागरिक हैं, हमारे बहन और भाई हैं। अगर उनकी कोई समस्या है, केंद्र बैठा हुआ है, आपस में बात कर रहे हैं और उसका समाधान निकलेगा। सर 6 दिन हो चुके हैं आज। एक सबसे बड़ी बात यह है कि किस तरह का आंदोलन, लगातार बॉर्डर एरिया सील है, उनका साफ तौर पे कहना है कि कोई भी जो है केंद्र सरकार की तरफ से, हालांकि मीटिंग का दौर जारी है, केंद्र सरकार ने आज बोला भी, लेकिन कोई समाधान नहीं निकल रहा। लगातार बीजेपी भी ये कह रही है ऐसा नहीं है, समाधान नहीं निकल रहा। पहले इन्होंने ट्रेनें रोक रखी थी, ट्रेनों भी वार्तालाप से निकली है। पहले 2 मीटिंगें हुई है और 3 तारीख को लास्ट मीटिंग है और आज भी मीटिंग हो रही है और समाधान निकलेगा। तो अभी आप क्या समझते हैं किस तरह की सिचुएशन है, क्योंकि समाधान निकलता नहीं नजर आ रहा? उन्होंने कहा है कि जब तक उनकी डिमांड पूरी नहीं होती, चाहे 6 महीने हो जाए, वो नहीं आती। देखिए, लोकतंत्र है, लोकतंत्र में हर आदमी को अपनी मांग का हक है करने का। वो अपनी मांग कर रहे हैं, हम सरकार चला रहे हैं, हमारी भी सिचुएशन है, बैठ के रास्ता जरूर निकलेगा। मानव है, बात करेंगे, होगा, निकलेगा। मुख्यमंत्री जी कह रहे हैं कि ये जो कानून है वो नहीं चेंज हो सकता, तो इसमें बीच का समाधान क्या है? वो करेंगे ना, वो बैठ के करेंगे भाई। केंद्र और जो पीड़ित है वो बैठ के करेंगे ना जी, इसमें मेरा तो कोई रोल भी नहीं है। वो बैठ के करेंगे और समाधान होगा। बीजेपी के अवैध राज्यसभा के मेंबर एमपी हैं, आप जनरल सेक्रेटरी हैं बीजेपी के, फिर भी हमारे यहाँ नेतृत्व है। अभी होम मिनिस्टर साहब, नड्डा जी और सभी लोग, अपने राजनाथ सिंह जी, सब बैठने वाले हैं, सब हल नहीं। तो हरियाणा के किसान भी जरा अब समर्थन दे रहे हैं, उसमें क्या कहेंगे? ऑब्वियसली अब तो सिचुएशन बदलती जा रही है सर। आप कह रहे हैं सब कुछ होगा, समाधान होगा, लेकिन 6 दिन हो गए, कुछ हो नहीं रहा। देखेगा ये जो सारे हालात है ना, ये हालात हरियाणा के जब जो लोग जुड़ रहे हैं ना, ये सब मान जाएंगे और सबके साथ बैठ के बात कर रहे हैं। कब मान जाएंगे? सिचुएशन जल्दी माने, 5-6 दिन तो हुए हैं भाई। अच्छा, शाहीन बाग भी तो खत्म हुआ था, शाहीन बाग खत्म नहीं हुआ था क्या? ठीक है, हाँ चलिए। लेकिन सर जब हालात जो हैं वो किस तरह से, अब आप देखते हैं कि किस तरह से मनाने की कोशिश की जा रही है? नहीं, किसान हमारे भोले हैं, बहुत शरीफ हैं, बेचारे किसी प्रकार की हानि नहीं कर रहे, देश की संपत्ति को अपना समझते हैं और इसलिए मैं उनका धन्यवाद भी करता हूं और इसी प्रकार से समाधान भी निकलेगा। अधिकतर किसान यूनियनों की आप स्टेटमेंट लोगे तो वो चाहते हैं कि हम बैठे और बात का समाधान निकलना चाहिए। सर समाधान निकल नहीं रहा, लेकिन आप लगता है मेरे से निकलवा कर छोड़ेंगे। तो बिल्कुल साफ तौर पर जो नेशनल प्रेसिडेंट हैं
और राज्यसभा के MP भी हैं, उनका साफ तौर पे कहना है कि किसान मान जाएंगे। चंडीगढ़ से कैमरामैन अशोक बेनीवाल के साथ मनोज राठ, न्यूज़ 18। ਤਾਂ ਦੁਸ਼ਯੰਤ ਗੌਤਮ ਨੂੰ ਲੱਗ ਰਿਹਾ ਕਿ ਜਲਦੀ ਇਸ ਪੂਰੇ ਮਸਲੇ ਦਾ ਹੱਲ ਨਿਕਲੇਗਾ। ਇਹ ਵੀ ਉਹ ਕਹਿੰਦੇ ਨਜ਼ਰ ਆਏ ਨੇ ਕਿ ਜਦੋਂ ਗੱਲਬਾਤ ਦੇ ਜ਼ਰੀਏ ਬੈਠਣਗੇ, ਇਸ ਮੀਟਿੰਗ ਦਾ ਹੀ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ, ਪਰ ਇਹ ਜ਼ਰੂਰ ਉਹ ਕਹਿੰਦੇ ਨਜ਼ਰ ਆਏ ਕਿ ਜੇਕਰ ਸ਼ਾਹੀਨ ਬਾਗ ਦਾ ਹੱਲ ਨਿਕਲਿਆ ਤਾਂ ਫਿਰ ਇਸ ਪੂਰੇ ਅੰਦੋਲਨ ਦਾ ਵੀ ਹੱਲ ਜ਼ਰੂਰ ਨਿਕਲੇਗਾ। ਤਾਂ ਵੱਡੀ ਖਬਰ ਜ਼ਰੂਰ ਦੁਸ਼ਯੰਤ ਚੌਟਾਲਾ ਦੇ ਰਹੇ ਨੇ, ਪਰ ਇਸ ਸਭ ਦੇ ਵਿਚਾਲੇ ਇਸ ਸਮੇਂ ਵੱਡੀ ਖਬਰ ਹੈ ਕਿਸਾਨਾਂ ਦੇ ਉੱਤੇ ਭੜਕੇ ਨੇ ਕੇਂਦਰੀ ਰਾਜ ਮੰਤਰੀ ਕਟਾਰੀਆ। ਜੀ ਹਾਂ, ਰਤਨ ਲਾਲ ਕਟਾਰੀਆ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਉੱਤੇ ਬੇਹੱਦ ਵਿਵਾਦਿਤ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ। ਕਿਸਾਨਾਂ ਨੇ ਵਿਰੋਧ ਕਰਨਾ ਸੀ ਤਾਂ ਕਿਤੇ ਹੋਰ ਮਰ ਲੈਂਦੇ, ਇਹ ਸ਼ਬਦਾਂ ਦਾ ਇਸਤੇਮਾਲ ਕਰ ਦਿੱਤਾ ਗਿਆ ਹੈ। ਪਰਮਾਤਮਾ ਕਿਸਾਨਾਂ ਨੂੰ ਸਮਤ ਬਖਸ਼ੇ। ਰਤਨ ਲਾਲ ਕਟਾਰੀਆ ਅੰਬਾਲਾ ਪਹੁੰਚਣ ਦੇ ਉੱਤੇ ਕਟਾਰੀਆ ਨੂੰ ਕਾਲੇ ਝੰਡੇ ਦਿਖਾਏ ਗਏ ਸਨ ਤੇ ਉਸ ਤੋਂ ਬਾਅਦ ਰਤਨ ਲਾਲ ਕਟਾਰੀਆ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਵਿਵਾਦ ਨਾਲ ਭਰਿਆ, ਵਿਵਾਦਿਤ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਉੱਤੇ ਦਿੱਤਾ ਗਿਆ। ਰਤਨ ਲਾਲ ਕਟਾਰੀਆ ਦੇ ਵੱਲੋਂ ਵਿਰੋਧ ਉਹਨਾਂ ਦਾ ਕੀਤਾ ਗਿਆ ਕਿਸਾਨਾਂ ਦੇ ਵੱਲੋਂ। ਇਹ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ, ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਤਾਂ ਪਰਮਾਤਮਾ ਕਿਸਾਨਾਂ ਨੂੰ ਸਮਤ ਬਖਸ਼ੇ ਜ਼ਰੂਰ ਰਤਨ ਲਾਲ ਕਟਾਰੀਆ ਨੇ ਕਹਿ ਦਿੱਤਾ ਤੇ ਨਾਲ ਹੀ ਜੋ ਵਿਵਾਦਿਤ ਬਿਆਨ ਦਿੱਤਾ ਹੈ, ਬਹੁਤ ਵਿਵਾਦਿਤ ਬਿਆਨ ਤੁਸੀਂ ਕਹਿ ਸਕਦੇ ਹੋ ਲਾਜ਼ਮੀ ਤੌਰ ਦੇ ਉੱਤੇ। ਬੇਸ਼ੱਕ ਉਹਨਾਂ ਦਾ ਵਿਰੋਧ ਹੋਇਆ ਹੈ, ਬੇਸ਼ੱਕ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਨੇ, ਪਰ ਲੋਕਤੰਤਰ ਦੇ ਵਿੱਚ ਹੱਕ ਹੈ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨ ਦਾ। ਤੇ ਜੋ ਸ਼ਬਦ ਦੇ ਇਸਤੇਮਾਲ ਉਹਨਾਂ ਨੇ ਕੀਤੇ कि मेरे पीछे आप देख रहे हैं नारेबाजी हो रही है, काले झंडे दिखा रहे हैं। अरे भले मानसो, किसी और की नहीं सोचनी, अपने अम्बाड़ा के विकास के बारे में तो सोच लो। 60-70 साल से जो चीज पेंडिंग पड़ी थी आज वो हो रही है। तुमने काले झंडे दिखाने थे तो 7-8 उद्घाटन हो रहे हैं, कहीं और कर लेते। जरूरी था बीच में यहाँ खूंटा ठोकना? तो यानी कि हर विकास के काम में रोड़े अटकाना, हर बात को गलत दिशा देना। मैं तो भगवान से हाथ जोड़कर प्रार्थना करता हूँ, हे भगवान, ये जो काले झंडे दिखा रहे हैं इनको सद्बुद्धि दे और ये कृषि बिलों को गहराई से पढ़ें कि किस प्रकार से मोदी जी ने इनके कल्याण के लिए कदम उठाए। ਤਾਂ ਰਤਨ ਲਾਲ ਕਟਾਰੀਆ ਵੱਡਾ ਨਾਮ ਹੈ ਬੀਜੇਪੀ ਦਾ ਤੇ ਉਹਨਾਂ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਅੰਬਾਲਾ ਪਹੁੰਚਣ ਦੇ ਉੱਤੇ ਉਹਨਾਂ ਦਾ ਵਿਰੋਧ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆਏ। ਕੇਂਦਰ ਦੇ ਵਿੱਚ ਰਾਜ ਮੰਤਰੀ ਦਾ ਅਹੁਦਾ ਵੀ ਉਹਨਾਂ ਦੇ ਕੋਲ ਹੈ। ਇਸ ਸਮੇਂ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ, ਹਰਿਆਣਾ ਬੀजेपी ਦੇ सीनियर आगू जवाहर यादव जी फोन लाइन से जुड़ रहे हैं। जवाहर जी स्वागत है। सबसे पहले आपका रिएक्शन, कटारिया जी भावनाओं पर काबू लगता है नहीं रख पाए और ये ऐसी स्टेटमेंट किसानों को लेकर ऐसे दौर में दी है जब किसान सड़कों पर हैं। देखिए, उन्होंने पंजाबी में बोला, मैं हिंदी में बोला, पंजाबी में, दोनों के शब्द एक होता है, अर्थ बदल जाते हैं। उसका अर्थ ये उस रूप में नहीं है जैसा आप प्रचारित कर रहे हैं। वो एक अपनी नाराजगी जाहिर है कि किसी के भी कार्यक्रम में आप बाधा डालते हो, वो गलत है। तो उसमें आदमी ने अपने कहा है। उसके बाद उन्होंने और आगे पॉजिटिव बोला कि भाई ये तीनों जो कृषि विधेयक बिल है उसका अगर अध्ययन करेंगे तो किसान के हित में है। तो इसलिए ये कोई ऐसा विषय नहीं है जिसपे डिबेट की जाए या कुछ है। तो वो एक स्वाभाविक उसमें है कि भाई मैं ये कहूंगा, मेरे सामने कोई ऐसे विरोध कहेंगे तो मैं कहूँगा उसमें यही जगह मिली विरोध करने की जहाँ विकास करने की बात हो रही है। उन्होंने वो शब्द कह दिया जो पंजाबी में कहते हैं, परंतु उसका अर्थ ये नहीं है कि जिस रूप में आप प्रचारित कर रहे हैं वो किसी के मरने की बात नहीं कर रहे हैं। वो ये कह रहे हैं इस स्थान की जगह दूसरे स्थान पर हो जाता है, उसका भाव ही है। नहीं जवाहर जी, वो हम भी समझ रहे हैं, वो दर्शक भी समझ रहे होंगे जो आप जिक्र कर रहे हैं, लेकिन आप डिफेंड करते नजर आ रहे हैं। उसका मतलब ये नहीं है कि किसानों को कुछ और कह दिया, वो मतलब तो वही निकल रहा है। लेकिन आपको नहीं लगता कि एक शब्दों की गरिमा तो होती है जो नहीं रखी गई? आप डिफेंड कर रहे हैं उनको? मैं पंजाबी बिल्कुल डिफाइन कर रहा हूँ। पंजाबी में ये एक स्वाभाविकता है, आम बोलचाल के उसमें ये शब्द निकल जाता है। नहीं निकलता सर, इस तरह का शब्द नहीं निकलता जवाहर जी, इस तरह के शब्द नहीं निकलते। और जब आप एमपी हो जाएं, जब आप किसानों के बारे में बात कर रहे हो, किसी माइक के ऊपर बात कर रहे हो, फिर तो लाजमी तौर पर नहीं निकलने चाहिए। एक आम शब्दों का इस्तेमाल आम शख्स कर रहा और एक केंद्रीय राज्य मंत्री कर रहा है, दोनों में बहुत अंतर। आप समझते हैं इस चीज को? सर आप प्रश्न करो या मुझे समझा रहे हो? नहीं, मैं दोनों चीजें कह रहा हूं सर। मैं तो सवाल ही करूंगा, मेरा काम सवाल करना। आप मुझसे सवाल कीजिए, मुझे समझाइए। नहीं, मैं सवाल ही कर रहा हूं सर। मैं रिकॉर्ड पे बता रहा हूँ। उनके शब्द से भारतीय जनता पार्टी को कोई आपत्ति नहीं, क्योंकि इनके वो भाव नहीं है जो आप दिखाने का प्रयास कर रहे हैं।
एक कार्यक्रम है, आपके टेलीविजन का कोई कार्यक्रम हो और उसमें मान लीजिए आपने का किसी कर्मचारी से आपको कोई दिक्कत है, वो कर्मचारी आके आपको बीच में डिस्टर्बेंस कर दे, लाइव प्रोग्राम को खराब कर दे, तो उस समय जो एक स्वाभाविक प्रतिक्रिया होती है वो उस तरह की प्रतिक्रिया है। और उसके अगर इस तरह का उनका होता तो फिर ये नहीं करते कि किसान इसको अध्ययन कर ले, किसान को ध्यान में आएगा कि ये उनके हित का कार्य है। और वास्तव में अम्बाला आज हरियाणा डिस्टर्ब है, किसके चलते? पंजाब के चलते। वो कहते हैं जी किसान किसान है, तो आके हमारा पानी दे दो ना। अगर हरियाणा के किसानों की पंजाब के लोगों को इतनी चिंता है तो हमारे SYL का पानी दे दीजिए, वो किसानों के लिए सबसे इम्पोर्टेंट चीज है। क्योंकि हरियाणा में तो ये समस्या ही नहीं है, पंजाब 2 फसलों को MSP पर खरीदते हैं, हम 9 फसलों को खरीदते हैं। तो केवल जिसका पैसा केंद्र देता है, गेहूं और धान, उसको खरीदते हैं। हम चना भी खरीदते हैं, हम बाजरा भी करते हैं, हम मूंगफली भी खरीदते हैं, सूरजमुखी भी खरीदते हैं। पंजाब खरीद कर तो दिखाए, अगर किसान हितैषी है अपने कोष से पैसा देकर वो खरीद कर तो दिखाए। 60,000 करोड़ रुपए चाहिए, बताइए ना उनको दे पाएंगे क्या? जवाहर जी, मैं इसी बात के ऊपर आ जाऊं तो आप अजय चौटाला जी के बयान को क्या कहेंगे? वो कह रहे हैं कि MSP का कानून बना दीजिए, आप किसानों की मांगों को पूरा कीजिए। वो तो आपके सहयोगी हैं सर, वो तो सरकार में आपके साथ जवाब देंगे, वो उनका नेता उनका जवाब देंगे। भारतीय जनता पार्टी की लाइन बड़ी स्पष्ट है। और आज मैं फिर जितना ये बेसिकली क्या है कि इस आंदोलन को कांग्रेस अपने सोचे उससे राजनीतिक फायदा होगा। भूपेंद्र सिंह हुड्डा जी मुख्यमंत्री रहे 10 साल, आप किसी दिन उनसे फोन पे पूछिएगा कि साहब आपने कितना बाजरा खरीदा, कितनों सरसों खरीदी। मैं विधानसभा में उत्तर दे रहा हूँ, विधानसभा में उनकी सरकार के समय में उत्तर दिया गया था कि अगर वो किसानों से MSP पर सरसों खरीदते हैं तो इससे हरियाणा सरकार को नुकसान होता है। और वो बात कर रहे हैं किसान, और हरियाणा के मुख्यमंत्री मनोहर लाल जी लगातार सरसों खरीद रहे हैं MSP पर। और देश के प्रधानमंत्री ने कल खुद बताया कि कैसे डबल हुआ, धान भी डबल हुआ। गेहूं के बारे में कहा, एक फसल के बारे में तो उन्होंने बताया कि वो 50 गुना गई, 650 उससे लेकर और 49,000 पर खरीदी गई। तो जब अगर हमें MSP और मंडी बंद करनी होती तो हम कांग्रेस के जमाने से दुगनी परचेज क्यों करते, 10 गुना परचेज क्यों करते? इसका मतलब मंडी व्यवस्था में और MSP पर अगर विश्वास है तो हमारा है। और सच में मेरा कोई कांग्रेसी मित्र बताए तो सही, या पंजाब का कोई किसान बता दे कि 2 फसलों के अलावा क्या MSP पर वहां कुछ और खरीदा जाता है क्या? हम रिकॉर्ड पर देते हैं, आंकड़े जारी करते हैं। जवाहर जी देखिए, बात फिर वहीं आकर खड़ी हो जाती है कि पंजाब में बीजेपी अपने सहयोगी दल अकाली दल को ये बात नहीं समझा पाई, और अब आप हरियाणा में सोमवीर सांगवान आजाद विधायक हैं उनको नहीं समझा पाए, जेजेपी के नेता अगर बोल रहे हैं कि आप उनको नहीं समझा पा रहे। ये जो सभी बातें आप कर रहे हैं, सवाल तो लोग आपसे इसीलिए पूछते ना कि बीजेपी को ये अच्छे लग रहे हैं, आपके सहयोगियों को क्यों नहीं? हेलो जी, मेरी आवाज आ रही है? मुझे आपकी आवाज पहले नहीं है, बताइए दोबारा जी। मेरा सवाल वही है कि आप अपने सहयोगियों को ये बातें क्यों नहीं समझा पाते जो आप जिक्र कर रहे हैं? बीजेपी से अकाली दल अलग हो गया, हरियाणा में जेजेपी के नेता इसके ऊपर सवाल उठा रहे हैं, जो आजाद विधायक थे वो दूर हो रहे हैं। बिल्कुल समझ में आपकी आवाज नहीं आ रही मुझे। हेलो, चलिए शुक्रिया, लग रहा है कि उन्हां तक आवाज साड़ी नहीं पहुंच रही। जवाहर यादव बीजेपी ਦਾ ਸੀਨੀਅਰ ਚਿਹਰਾ, ਵੱਡਾ ਨਾਮ, ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਰਤਨ ਲਾਲ ਕਟਾਰੀਆ ਦੇ ਬਿਆਨ ਨੂੰ ਡਿਫੈਂਡ ਕੀਤਾ ਗਿਆ ਤੇ ਉਹ ਸਾਫ਼ ਕਹਿ ਰਹੇ ਨੇ ਕਿ ਪ੍ਰਦਰਸ਼ਨ ਜੋ ਕੀਤਾ ਗਿਆ ਉਸ ਤੋਂ ਬਾਅਦ ਇੱਕ ਹਲਕਾ ਰਿਐਕਸ਼ਨ ਸੀ, ਹੋਰ ਕੁਝ ਨਹੀਂ ਹੈ। ਰਤਨ ਲਾਲ ਕਟਾਰੀਆ MP ਨੇ, ਕੇਂਦਰੀ ਰਾਜ ਮੰਤਰੀ ਨੇ, ਤੇ ਰਤਨ ਲਾਲ ਕਟਾਰੀਆ ਦੇ ਵੱਲੋਂ ਕਿਹਾ ਕੀ ਗਿਆ, ਬਹੁਤ ਸੀਨੀਅਰ ਲੀਡਰ ਨੇ ਰਤਨ ਲਾਲ ਕਟਾਰੀਆ, ਬਹੁਤ ਉਮਰ ਦਰਾਜ਼ ਵੀ ਨੇ। ਸੁਣਵਾਉਂਦੇ ਆ ਤੁਹਾਨੂੰ ਕਿ ਰਤਨ ਲਾਲ ਕਟਾਰੀਆ ਹੋਰਾਂ ਦੇ ਵੱਲੋਂ ਕਿਹਾ ਕੀ ਗਿਆ कि मेरे पीछे आप देख रहे हैं नारेबाजी हो रही है, काले झंडे दिखा रहे हैं। अरे भले मानसो, किसी और की नहीं सोचनी, अपने अम्बाड़ा के विकास के बारे में तो सोच लो। 60-70 साल से जो चीज पेंडिंग पड़ी थी आज वो हो रही है। तुमने काले झंडे दिखाने थे तो 7-8 उद्घाटन हो रहे हैं, कहीं और मर लेते, कर लेते। जरूरी था बीच में यहाँ खूंटा ठोकना? तो यानी कि हर विकास के काम में रोड़े अटकाना, हर बात को गलत दिशा देना। मैं तो भगवान से हाथ जोड़कर प्रार्थना करता हूँ, हे भगवान, ये जो काले झंडे दिखा रहे हैं इनको सद्बुद्धि दे, और ये कृषि बिलों को गहराई से पढ़ें कि किस प्रकार से मोदी